ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਇੱਕ ਦਿਨ ਰਹਿਰਾਸ ਸਾਹਿਬ ਦੇ ਪਾਠ ਦੇ ਮਗਰੋਂ ਸੰਤ ਜੀ ਮਹਾਰਾਜ ਬਹੁਤ ਚਿਰ ਅਡੋਲ ਬੈਠੇ ਰਹੇ। ਕਿਸੇ ਦਾ ਵੀ ਹੌਸਲਾ ਨਾ ਪਵੇ ਕਿ ਮਹਾਰਾਜ ਨੂੰ ਆਖੇ ਕਿ ਇੱਥੋਂ ਚੱਲੋ। ਕੁਝ ਚਿਰ ਸਾਧ ਸੰਗਤ ਨੇ ਆਪਸ ਵਿੱਚ ਵਿਚਾਰ ਕੀਤੀ ਅਤੇ ਭਾਈ ਹਰੀ ਸਿੰਘ ਜੀ ਗ੍ਰੰਥੀ ਨੂੰ ਹੁਕਮ ਹੋਇਆ ਕਿ ਸੰਤ ਜੀ ਮਹਾਰਾਜ ਦੀ ਸੇਵਾ ਵਿੱਚ ਬੇਨਤੀ ਕਰੋ। ਸਾਧ ਸੰਗਤ ਦਾ ਹੁਕਮ ਮੰਨ ਇਹਨਾਂ ਹੱਥ ਜੋੜ ਅਰਜ਼ ਕੀਤੀ, ਸੱਚੇ ਪਾਤਸ਼ਾਹ ਕਿ ਅੱਜ ਆਸਾ ਜੀ ਦੀ ਵਾਰ ਦਾ ਕੀਰਤਨ ਇੱਥੇ ਹੀ ਹੋਵੇਗਾ। ਸੰਤ ਜੀ ਮਹਾਰਾਜ ਨੇ ਉੱਤਰ ਬਖਸ਼ਿਆ, ਭਾਈ ਬਾਬੇ ਜੀ ਦਾ ਕੀਰਤਨ ਹੀ ਕਰਨਾ ਹੈ, ਭਾਵੇਂ ਇੱਥੇ ਕਰੀਏ ਭਾਵੇਂ ਉੱਥੇ। ਪਰ ਅਜੇ ਇਹ ਬਚਨ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਨਿਕਲੇ ਹੀ ਸਨ ਕਿ ਦੂਰ ਤੋਂ ਢੋਲਕੀ ਛੈਣਿਆਂ ਨਾਲ ਸ਼ਬਦ ਪੜ੍ਹਨ ਦੀ ਆਵਾਜ਼ ਆਈ। ਭਾਈ ਹਰੀ ਸਿੰਘ ਜੀ ਨੇ ਇਹ ਖਿਆਲ ਕੀਤਾ ਕਿ ਕੋਈ ਸ਼ਬਦੀ ਜਥਾ ਸੰਤ ਜੀ ਮਹਾਰਾਜ ਦੇ ਦਰਸ਼ਨ ਕਰਨ ਲਈ ਆ ਰਿਹਾ ਹੈ। ਕੁਝ ਚਿਰ ਮਗਰੋਂ ਭਾਈ ਸਾਹਿਬ ਨੇ ਫਿਰ ਬੇਨਤੀ ਕੀਤੀ, ਮਹਾਰਾਜ ਜੀ ਕੀਰਤਨ ਸੋਹਿਲੇ ਦਾ ਪਾਠ ਕਰਕੇ ਇੱਥੇ ਹੀ ਬਿਰਾਜਣਾ ਹੈ। ਇਹ ਗੱਲ ਭਾਈ ਜੀ ਦੇ ਮੂੰਹੋਂ ਨਿਕਲੀ ਹੀ ਸੀ ਕਿ ਕੀਰਤਨ ਦੀ ਆਵਾਜ਼ ਬੰਦ ਹੋ ਗਈ। ਸਾਰੀ ਸੰਗਤ ਨੇ ਕੀਰਤਨੀ ਜਥੇ ਦੀ ਬੜੀ ਦੇਖਭਾਲ ਕੀਤੀ, ਪਰ ਕੋਈ ਸਰੀਰ ਨਾ ਮਿਲਿਆ। ਬਹੁਤੇਰੇ ਰਾਹ ਖਹਿੜੇ ਦੇਖ ਕੇ ਸ਼ਾਇਦ ਰਸਤਾ ਹੀ ਨਾ ਭੁੱਲ ਗਏ ਹੋਵਣ, ਪਰ ਜਦ ਬਹੁਤ ਢੂੰਡਣ ਦੇ ਮਗਰੋਂ ਕੋਈ ਪਤਾ ਨਾ ਲੱਗਾ, ਸਾਰਿਆਂ ਨੇ ਹੱਥ ਜੋੜ ਸੰਤ ਜੀ ਮਹਾਰਾਜ ਅੱਗੇ ਬੇਨਤੀ ਕੀਤੀ, ਮਹਾਰਾਜ ਜੀ ਜਥਾ ਕੀਰਤਨ ਕਰਦਾ ਆ ਰਿਹਾ ਸੀ, ਪਤਾ ਨਹੀਂ ਕਿੱਧਰ ਚਲਾ ਗਿਆ। ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ ਤੁਸੀਂ ਆਖਿਆ ਸੀ ਕਿ ਅੱਜ ਕੀਰਤਨ ਇੱਥੇ ਹੀ ਹੋਵੇਗਾ, ਸੋ ਕਰਤਾਰ ਵੱਲੋਂ ਜਥਾ ਆ ਰਿਹਾ ਸੀ, ਪਰ ਜਦ ਤੁਸਾਂ ਦੂਜੀ ਵਾਰੀ ਕੀਰਤਨ ਸੋਹਿਲੇ ਦਾ ਸਮਾਂ ਜਣਾ ਦਿੱਤਾ, ਜਥਾ ਚਲਾ ਗਿਆ। ਸ਼ਹੀਦ ਸਿੰਘਾਂ ਦੇ ਜਥੇ ਬੜੇ ਹੀ ਮਰਿਆਦਾ ਪੁਰਸ਼ੋਤਮ ਹੁੰਦੇ ਹਨ। ਸਿੱਖ ਨੂੰ ਕੀਰਤਨ ਸੋਹਿਲੇ ਦੇ ਪਾਠ ਦੇ ਮਗਰੋਂ ਆਵਾਜ਼ ਕੱਢਣ ਦਾ ਵੀ ਹੁਕਮ ਨਹੀਂ। ਸ਼ਹਿਰ ਲੈਲਪੁਰ ਨੂੰ ਨਿਹਾਲ ਕਰਕੇ ਸੰਤ ਜੀ ਮਹਾਰਾਜ ਨੇ ਕਈ ਹੋਰ ਨਗਰਾਂ ਨੂੰ ਤਾਰਿਆ। ਕੁਝ ਸਮਾਂ ਪਾ ਕੇ ਸੰਤ ਜੀ ਮਹਾਰਾਜ ਰਾਵਲਪਿੰਡੀ ਆਏ। ਬੜੇ ਦੀਵਾਨ ਸੱਜੇ ਅਤੇ ਬੇਅੰਤ ਸੰਗਤਾਂ ਨੇ ਨਾਮ ਬਾਣੀ ਦਾ ਰੰਗ ਮਾਣਿਆ। ਬਹੁਤ ਸਾਰੇ ਮਾਈ ਭਾਈ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਇਹਨਾਂ ਦਿਨਾਂ ਵਿੱਚ ਮਲਕ ਮੋਹਨ ਸਿੰਘ ਜੀ ਦੇ ਸਪੁੱਤਰ ਮਲਕ ਹਰਦਿੱਤ ਸਿੰਘ ਜੀ ਛੋਟੀ ਉਮਰ ਵਿੱਚ ਹੀ ICS ਦੇ ਇਮਤਿਹਾਨ ਪਾਸ ਕਰਨ ਲਈ ਇੰਗਲੈਂਡ ਜਾਣ ਲਈ ਤਿਆਰ ਹੋ ਗਏ। ਮਲਕ ਮੋਹਨ ਸਿੰਘ ਜੀ ਅਤੇ ਇਹਨਾਂ ਦੀ ਸੁਪਤਨੀ ਨੇ ਬੜੇ ਪ੍ਰੇਮ ਨਾਲ ਸੰਤ ਜੀ ਮਹਾਰਾਜ ਨੂੰ ਆਪਣੇ ਘਰ ਸੱਦਾ ਭੇਜਿਆ ਅਤੇ ਅਰਜ਼ ਕੀਤੀ, ਮਹਾਰਾਜ ਜੀ ਕਿਰਪਾ ਕਰਕੇ ਕਾਕੇ ਦੇ ਸਿਰ ਤੇ ਹੱਥ ਧਰੋ ਅਤੇ ਆਪ ਹੀ ਕਾਕੇ ਨੂੰ ਵਲਾਇਤ ਜਾਣ ਦੀ ਖੁਸ਼ੀ ਬਖਸ਼ੋ। ਸੰਤ ਜੀ ਮਹਾਰਾਜ ਨੇ ਬੜੇ ਪ੍ਰੇਮ ਨਾਲ ਭੁਜੰਗੀ ਨੂੰ ਇੱਕ ਨਿਤਨੇਮ ਦਾ ਗੁਟਕਾ ਬਖਸ਼ਿਆ ਅਤੇ ਫਰਮਾਇਆ, ਕਾਕਾ ਗੁਰਬਾਣੀ ਦਾ ਨਿਤਨੇਮ ਕਦੇ ਵੀ ਨਾ ਛੱਡਣਾ, ਗੁਰੂ ਨਾਨਕ ਸਾਹਿਬ ਹਰ ਸਮੇਂ ਸਹਾਈ ਹੋਣਗੇ। ਜਦ ਮਲਕ ਹਰਦਿੱਤ ਸਿੰਘ ਜੀ ਆਪਣੇ ਪਿਤਾ ਨੂੰ ਖਤ ਲਿਖਦੇ ਤਦ ਦੱਸਦੇ ਕਿ ਮੈਨੂੰ ਕਈ ਵਾਰੀ ਸੰਤ ਜੀ ਮਹਾਰਾਜ ਦੇ ਦਰਸ਼ਨ ਹੁੰਦੇ ਹਨ, ਉਹਨਾਂ ਦੇ ਕੀਰਤਨ ਦਾ ਰਸ ਆਉਂਦਾ ਹੈ। ਇਹ ਸੰਤ ਜੀ ਮਹਾਰਾਜ ਦੀ ਕਿਰਪਾ ਦਾ ਹੀ ਫਲ ਹੈ ਕਿ ਮਲਕ ਹਰਦਿੱਤ ਸਿੰਘ ਜੀ ਹੁਣ ਤੀਕਰ ਗੁਰਸਿੱਖੀ ਵਿੱਚ ਪਰਪੱਕ ਹਨ ਅਤੇ ਖਾਲਸਾਈ ਅਣਖ ਦੇ ਪੂਰੇ ਧਨੀ ਹਨ। ਘਨੋਏ ਇਲਾਕੇ ਦੀਆਂ ਸੰਗਤਾਂ ਨੂੰ ਸੰਤ ਜੀ ਨਿਹਾਲ ਕਰਕੇ ਰਾਵਲਪਿੰਡੀ ਆਏ ਅਤੇ ਇੱਥੋਂ ਕਸ਼ਮੀਰ ਜਾਣ ਦੀ ਤਿਆਰੀ ਕੀਤੀ। ਪਹਿਲਾਂ ਕੁਝ ਚਿਰ ਬਾਰਾਮੂਲੇ ਰਹੇ ਅਤੇ ਹਾਊਸ ਬੋਟ ਵਿੱਚ ਡੇਰਾ ਲਾਇਆ। ਇੱਕ ਦਿਨ ਸਰਦਾਰ ਸੰਤ ਸਿੰਘ ਥਮਾਲੀ ਵਾਲੇ ਨੇ ਪ੍ਰਸ਼ਾਦ ਲਈ ਆਖਿਆ। ਸੰਤ ਜੀ ਮਹਾਰਾਜ ਨੇ ਬੜੇ ਪ੍ਰੇਮ ਨਾਲ ਪ੍ਰਵਾਨ ਕੀਤਾ। ਜਦ ਪ੍ਰਸ਼ਾਦ ਤਿਆਰ ਹੋ ਗਿਆ ਅਤੇ ਸਾਧ ਸੰਗਤ ਪ੍ਰੇਮੀ ਦੇ ਘਰ ਵੱਲ ਤੁਰੇ, ਤਦ ਬੜੇ ਹੀ ਜ਼ੋਰ ਦਾ ਝੱਖੜ ਚੱਲ ਪਿਆ। ਪ੍ਰੇਮੀ ਦੇ ਘਰ ਪਹੁੰਚਣ ਲਈ ਦਰਿਆ ਪਾਰ ਕਰਨਾ ਸੀ। ਮਲਾਹਾਂ ਨੇ ਹੱਥ ਜੋੜ ਕੇ ਜਵਾਬ ਦਿੱਤਾ ਕਿ ਇਸ ਹਨੇਰੀ ਅੱਗੇ ਸਾਡੀ ਕੋਈ ਵਾਹ ਨਹੀਂ ਚੱਲਦੀ। ਜਦ ਸੰਗਤ ਨਿਰਾਸ਼ ਹੋ ਗਈ ਤਾਂ ਸੰਤ ਜੀ ਮਹਾਰਾਜ ਨੇ ਦਿਲਾਸਾ ਦਿੱਤਾ ਤੇ ਫਰਮਾਇਆ, ਭਾਈ ਡੋਲੋ ਨਹੀਂ, ਸਤਿਗੁਰੂ ਪਾਰ ਕਰਨਗੇ। ਇਹ ਕਹਿ ਕੇ ਬੜੀ ਉੱਚੀ ਸੁਰ ਵਿੱਚ ਇਹ ਸਾਰਾ ਸ਼ਬਦ ਪੜ੍ਹਿਆ ਅਤੇ ਸਾਧ ਸੰਗਤ ਨੂੰ ਪੜ੍ਹਾਇਆ। ਗੌੜੀ ਰਾਮ ਜਪਿਓ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਤਦੋਂ ਹੀ ਪਤਾ ਲੱਗਾ ਜਦੋਂ ਕਿ ਸਾਰੇ ਦਰਿਆਵੋਂ ਪਾਰ ਪਹੁੰਚ ਗਏ।
ਬਾਰਾਮੂਲੇ ਦੀ ਸਾਧ ਸੰਗਤ ਦਾ ਸੰਤ ਜੀ ਮਹਾਰਾਜ ਨਾਲ ਬੜਾ ਹੀ ਪ੍ਰੇਮ ਹੋ ਗਿਆ। ਗੁਰਦੁਆਰਾ ਸਾਹਿਬ ਕੋਟ ਤੀਰਥ ਵਿੱਚ, ਜਿੱਥੇ ਮੀਰੀ ਪੀਰੀ ਦੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਮਾਤਾ ਭਾਗਭਰੀ ਦੇ ਪ੍ਰੇਮ ਨੂੰ ਪੂਰਾ ਕਰਨ ਦੇ ਦੌਰੇ ਵਿੱਚ ਚਰਨ ਪਾਏ ਸਨ, ਸਵੇਰੇ ਸ਼ਾਮ ਦੀਵਾਨ ਲੱਗਦੇ, ਨਾਮ ਬਾਣੀ ਦਾ ਅਟੁੱਟ ਪ੍ਰਵਾਹ ਚੱਲਦਾ ਅਤੇ ਸਾਧ ਸੰਗਤ ਬੈਕੁੰਠ ਦਾ ਰੰਗ ਮਾਣਦੀ। ਪ੍ਰੇਮੀਆਂ ਨੇ ਸੰਤ ਜੀ ਮਹਾਰਾਜ ਦੇ ਨਿਵਾਸ ਲਈ ਗੁਰਦੁਆਰਾ ਸਾਹਿਬ ਦੇ ਨੇੜੇ ਦਰਿਆ ਜੇਹਲਮ ਦੇ ਕੰਢੇ ਇੱਕ ਬੜੀ ਸੁੰਦਰ ਤੇ ਇਕਾਂਤ ਕੁਟੀਆ ਪਾ ਦਿੱਤੀ। ਬਾਰਾਮੂਲੇ ਤੋਂ ਸੰਤ ਜੀ ਮਹਾਰਾਜ ਸ਼੍ਰੀਨਗਰ ਪਹੁੰਚੇ। ਇੱਥੇ ਭਾਈ ਕਾਹਨ ਸਿੰਘ ਜੀ ਪੰਥ ਦੇ ਪ੍ਰਸਿੱਧ ਵਿਦਵਾਨ ਦਾ ਸੰਤ ਜੀ ਮਹਾਰਾਜ ਨਾਲ ਮਿਲਾਪ ਹੋਇਆ। ਭਾਈ ਸਾਹਿਬ ਆਪਣੀ ਕਲਮ ਨਾਲ ਇਸ ਦਰਸ਼ਨ ਦਾ ਨਕਸ਼ਾ ਇੱਦਾਂ ਖਿੱਚਦੇ ਹਨ। ਸੰਤ ਜੀ ਮਹਾਰਾਜ ਦੇ ਮਨੋਹਰ ਸ਼ਬਦ ਅਦਭੁਤ ਸੁਰ ਵਿੱਚ ਸਾਰੇ ਖਾਲਸਾ ਪੰਥ ਦੇ ਮਾਈ ਭਾਈ ਨੇ ਸੁਣੇ ਹੀ ਹਨ। ਇਹਨਾਂ ਦਾ ਅਪਾਰ ਪ੍ਰਭਾਵ ਸੰਗਤਾਂ 'ਤੇ ਪੈਂਦਾ ਸੀ। ਮੈਨੂੰ ਰਾਗ ਦਾ ਰਸੀਆ ਜਾਣ ਕੇ ਇੱਕ ਦਿਨ ਕੰਨ ਵਿੱਚ ਆਖਿਆ, ਇਹ ਸ਼ਬਦ ਤਾਂ ਅਸੀਂ ਸਾਰੀ ਸੰਗਤ ਨੂੰ ਨਾਲ ਰਲਾਉਣ ਵਾਸਤੇ ਗਾਉਂਦੇ ਹਾਂ। ਜੇ ਆਪ ਦੀ ਇੱਛਾ ਹੈ ਤਾਂ ਆਪ ਨੂੰ ਰਾਗ ਵੀ ਸੁਣਾ ਦਿੰਦੇ ਹਾਂ। ਇਹ ਫਰਮਾ ਕੇ ਇੱਕ ਸ਼ਬਦ 4 ਤਾਰ ਦਾ ਮਾਰਵੇ ਵਿੱਚ ਅਤੇ ਇੱਕ ਪੂਰੀਏ ਵਿੱਚ 3 ਤਾਰ ਦਾ ਅਜਿਹਾ ਮਨੋਹਰ ਗਾਇਆ ਕਿ ਉਹ ਦੈਵੀ ਧਾਰਨਾ ਅਤੇ ਸੁਰ ਮੇਰੇ ਕੰਨਾਂ ਵਿੱਚ ਹੁਣ ਵੀ ਗੂੰਜਦੀਆਂ ਹਨ। ਸੰਤ ਜੀ ਆਤਮ ਗਿਆਨੀ, ਭਗਤ, ਨਾਮ ਰਸੀਏ, ਰਾਗ ਦੇ ਪੂਰੇ ਵਾਕਫ, ਉਪਕਾਰੀ, ਉਦਾਰ ਚਿੱਤ ਅਤੇ ਪੂਰਨ ਨਿਮਰ ਸਨ। ਅਜਿਹੇ ਮਹਾਂਪੁਰਖ ਜੀਵਾਂ ਦੇ ਕਲਿਆਣ ਵਾਸਤੇ ਕਦੇ-ਕਦੇ ਇਸ ਸੰਸਾਰ ਵਿੱਚ ਪ੍ਰਗਟ ਹੁੰਦੇ ਹਨ। ਸ਼੍ਰੀਨਗਰ ਤੋਂ ਸੰਤ ਜੀ ਮਹਾਰਾਜ ਰਾਵਲਪਿੰਡੀ, ਕਹੂਟੇ ਅਤੇ ਪੋਠੋਹਾਰ ਦੇ ਕਈ ਥਾਵਾਂ ਤੋਂ ਹੁੰਦੇ ਹੋਏ ਗੁਰੂ ਸਾਗਰ ਸਾਹਿਬ ਮਸਤੂਆਣੇ ਆ ਗਏ ਅਤੇ ਕੁਝ ਚਿਰ ਬੈਠ ਕੇ ਅਸਥਾਨ ਦੀ ਸੇਵਾ ਕਰਵਾਈ। ਕੁਝ ਸਮਾਂ ਪਹਿਲਾਂ ਸੰਤ ਜੀ ਮਹਾਰਾਜ ਨੇ ਭਾਈ ਤੇਜਾ ਸਿੰਘ ਭਸੌੜ ਵਾਲੇ ਨੂੰ ਗੁਰਸਾਗਰ ਸਾਹਿਬ ਮਸਤੂਆਣੇ ਵਿੱਚ ਵਿਦਿਅਕ ਆਸ਼ਰਮ ਚਲਾਉਣ ਦੀ ਸੇਵਾ ਬਖਸ਼ੀ ਸੀ। ਮਹਾਰਾਜ ਨੇ ਭਾਈ ਤੇਜਾ ਸਿੰਘ ਤੇ ਟਿੱਕਾ ਸਾਹਿਬ ਨਾਭਾ ਨੂੰ ਸੱਦਾ ਭੇਜਿਆ। ਇਹ ਦੋਵੇਂ ਸੁਨੇਹਾ ਪੁੱਜਣ ਤੇ ਗੁਰਸਾਗਰ ਸਾਹਿਬ ਆ ਗਏ। ਸੰਤ ਜੀ ਮਹਾਰਾਜ ਨੇ ਇਹਨਾਂ ਨੂੰ ਇਕਾਂਤ ਵਿਚਾਰ ਲਈ ਆਪਣੇ ਨਿੱਜ ਦੇ ਕਮਰੇ ਵਿੱਚ ਸੱਦਿਆ ਅਤੇ ਸੰਤ ਭਾਈ ਗੁਲਾਬ ਸਿੰਘ ਜੀ ਨੂੰ ਆਪਣੀ ਸੇਵਾ ਵਿੱਚ ਹਾਜ਼ਰ ਰੱਖਿਆ। ਜਦ ਸਾਰੇ ਆਪਣੀ ਆਪਣੀ ਥਾਂ ਬੈਠ ਗਏ ਤਦ ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ ਤੇਜਾ ਸਿੰਘ ਜੀ, ਤੁਸੀਂ ਟਿੱਕਾ ਸਾਹਿਬ ਨਾਲ ਮਿਲ ਕੇ ਮਸਤੂਆਣੇ ਵਿੱਚ ਵਿਦਿਅਕ ਆਸ਼ਰਮ ਚਲਾਓ। ਇਹ ਬੜੇ ਪ੍ਰੇਮੀ ਹਨ, ਤਨ ਮਨ ਧਨ ਕਰਕੇ ਸੇਵਾ ਕਰਨਗੇ। ਭਾਈ ਤੇਜਾ ਸਿੰਘ ਜੀ ਨੇ ਆਖਿਆ ਕਿ ਇਹ ਕੀ ਕਰਨ ਯੋਗ ਹਨ, ਹਜੂਰ ਦੀ ਮਦਦ ਨਾਲ ਹੀ ਆਸ਼ਰਮ ਚੱਲੇਗਾ। ਸੰਤ ਜੀ ਮਹਾਰਾਜ ਨੇ ਦੂਜੀ ਵਾਰ ਫਿਰ ਫਰਮਾਇਆ, ਭਾਈ ਅਸੀਂ ਤਾਂ ਗਰੀਬ ਸਾਧ ਹਾਂ। ਮਾਇਆ ਦੀ ਖੇਡ ਮਾਇਆ ਧਾਰੀਆਂ ਦੇ ਸਪੁਰਦ ਹੀ ਚੰਗੀ ਹੁੰਦੀ ਹੈ। ਅਸਾਂ ਤਾਂ ਖਾਸ ਕਾਰਨਾਂ ਕਰਕੇ ਥੋੜ੍ਹੇ ਚਿਰ ਲਈ ਮਾਲਵੇ ਦੇਸ਼ ਦੇ ਲਾਭ ਹਿੱਤ ਇਹ ਪੰਡ ਚੁੱਕੀ ਹੈ। ਹੁਣ ਤੁਸੀਂ ਦੋਵੇਂ ਮਿਲ ਕੇ ਇਸ ਨੂੰ ਸੰਭਾਲੋ, ਫਿਰ ਅਸੀਂ ਆਜ਼ਾਦ ਹੋ ਕੇ ਨਾਮ ਬਾਣੀ ਅਤੇ ਅੰਮ੍ਰਿਤ ਦਾ ਖੁੱਲ੍ਹਾ ਪ੍ਰਚਾਰ ਕਰ ਸਕਾਂਗੇ। ਭਾਈ ਤੇਜਾ ਸਿੰਘ ਜੀ ਨੇ ਟਿੱਕਾ ਸਾਹਿਬ ਵੱਲ ਹੱਥ ਕਰਕੇ ਆਖਿਆ ਕਿ ਇਹ ਤਾਂ ਕੰਗਾਲ ਹਨ, ਹਜੂਰ ਦਾ ਹੱਥ ਸਿਰ ਤੇ ਲੋੜੀਂਦਾ ਹੈ। ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ ਤੇਜਾ ਸਿੰਘ, ਇਹਨਾਂ ਤੇ ਸਤਿਗੁਰੂ ਦੀ ਮਿਹਰ ਹੈ, ਇਹਨਾਂ ਨਾਲ ਮਿਲ ਕੇ ਕੰਮ ਚਲਾਓ। ਇਹ ਸੁਣ ਭਾਈ ਤੇਜਾ ਸਿੰਘ ਜੀ ਨੇ ਮੂੰਹ ਪਾੜ ਕੇ ਆਖਿਆ ਕਿ ਜੇ ਆਪ ਮਾਇਆ ਦੀ ਮਦਦ ਨਹੀਂ ਕਰ ਸਕਦੇ ਤਾਂ ਆਪਣੀ ਜੋਤ ਮੈਨੂੰ ਦੇ ਦਿਓ। ਇਹ ਗੱਲ ਸੁਣਦੇ ਸਾਰ ਹੀ ਸੰਤ ਜੀ ਦਾ ਚਿਹਰਾ ਲਾਲ ਹੋ ਗਿਆ ਤੇ ਮੁੱਖੋਂ ਇਹ ਬਚਨ ਨਿਕਲੇ, ਸਿਰ ਹਾਜ਼ਰ ਹੈ ਪਰ ਜੋਤ ਅਧਿਕਾਰੀ ਨੂੰ ਹੀ ਮਿਲੇਗੀ। ਦੂਜੇ ਦਿਨ ਅੰਮ੍ਰਿਤ ਵੇਲੇ ਹੀ ਸੰਤ ਜੀ ਮਹਾਰਾਜ ਉਪਰਾਮ ਹੋ ਕੇ ਚੁਪੀਤੇ ਹੀ ਗੁਰਸਾਗਰ ਸਾਹਿਬ ਤੋਂ ਚਲੇ ਗਏ। ਟਿੱਕਾ ਸਾਹਿਬ ਅਤੇ ਭਾਈ ਤੇਜਾ ਸਿੰਘ ਆਪਣੇ ਥਾਂ ਮੁੜ ਗਏ। ਇਸ ਤੋਂ ਕੁਝ ਚਿਰ ਮਗਰੋਂ ਮਹਾਰਾਜਾ ਭੁਪਿੰਦਰ ਸਿੰਘ ਮਹਿੰਦਰ ਬਹਾਦਰ ਪਟਿਆਲਾ ਦੀ ਗੱਦੀ ਨਸ਼ੀਨੀ ਹੋਈ। ਗੱਦੀ 'ਤੇ ਬੈਠਦਿਆਂ ਹੀ ਮਹਾਰਾਜ ਸਾਹਿਬ ਨੇ ਗੁਰਮਤ ਨਾਲ ਬੜਾ ਪ੍ਰੇਮ ਪ੍ਰਗਟ ਕੀਤਾ। ਸਾਰੀ ਰਿਆਸਤ ਦੇ ਦਫ਼ਤਰ ਤੇ ਕਚਹਿਰੀਆਂ ਵਿੱਚ ਗੁਰਮੁਖੀ ਪ੍ਰਚਲਿਤ ਕਰਨ ਦਾ ਹੁਕਮ ਦੇ ਦਿੱਤਾ। ਆਪਣਾ ਆਨੰਦ ਕਾਰਜ ਵੀ ਨਿਰੋਲ ਗੁਰਮਤ ਅਨੁਸਾਰ ਕਰਾਇਆ ਅਤੇ ਫਿਰ ਸਤਸੰਗ ਲਈ ਸੰਤ ਜੀ ਮਹਾਰਾਜ ਨੂੰ ਪਟਿਆਲੇ ਸੱਦਾ ਭੇਜਿਆ। ਸੰਤ ਜੀ ਮਹਾਰਾਜ ਨੇ ਆਪਣੇ ਮੁਖਾਰਬਿੰਦ ਤੋਂ ਇਹ ਵਾਰਤਾ
ਇੱਦਾਂ ਸੁਣਾਈ ਸੀ। ਇਸ ਸਮੇਂ ਮਹਾਰਾਜਾ ਭੁਪਿੰਦਰ ਸਿੰਘ ਦੇ ਚਿੱਤ ਵਿੱਚ ਸਤਸੰਗ ਤੇ ਗੁਰਬਾਣੀ ਦੇ ਪਿਆਰ ਦੀ ਬੜੀ ਸੋਹਣੀ ਲਹਿਰ ਚੱਲ ਪਈ ਸੀ। ਸਾਡਾ ਅੰਦਰੋਂ ਇਹ ਪ੍ਰੇਮ ਸੀ ਕਿ ਘੱਟ ਤੋਂ ਘੱਟ 6 ਮਹੀਨੇ ਮਹਾਰਾਜ ਦੇ ਨੇੜੇ ਰਹਿ ਕੇ ਉਸ ਦੀ ਇਹ ਬਿਰਤੀ ਨੂੰ ਪਰਪੱਕ ਕਰ ਦਈਏ। ਪਰ ਕਰਤਾਰ ਦੀ ਨੇਤ ਭਾਈ ਤੇਜਾ ਸਿੰਘ ਭਸੌੜੀਏ ਦੇ ਚਿੱਤ ਵਿੱਚ ਇਹ ਫੁਰ ਪਿਆ ਕਿ ਜਿਹੜਾ 7 ਲੱਖ ਰੁਪਇਆ ਮਹਾਰਾਜਾ ਪਟਿਆਲੇ ਨੇ ਪੰਚਖੰਡ ਭਸੌੜ ਨੂੰ ਦੇਣ ਦੀ ਆਸ ਦਿਵਾਈ ਹੋਈ ਹੈ, ਉਹ ਕਿਧਰੇ ਸੰਤ ਗੁਰਸਾਗਰ ਸਾਹਿਬ ਮਸਤੂਆਣੇ ਵਾਸਤੇ ਨਾ ਲੈ ਜਾਣ। ਇੱਕ ਦਿਨ ਬੜਾ ਭਾਰੀ ਦੀਵਾਨ ਸੱਜਿਆ ਹੋਇਆ ਸੀ। ਅਸੀਂ ਤਾਬੇ 'ਤੇ ਬੈਠੇ ਸੀ ਅਤੇ ਸਾਖੀ ਹੋ ਕੇ ਸਾਰੀ ਸੰਗਤ ਨੂੰ ਦੇਖ ਰਹੇ ਸੀ। ਭਾਈ ਤੇਜਾ ਸਿੰਘ ਭਸੌੜ ਨੇ ਭਾਈ ਤੇਜਾ ਸਿੰਘ ਮੈਂਗਨ ਨਾਲ ਦੀਵਾਨ ਵਿੱਚ ਹੀ ਕਾਨਾਫੂਸੀ ਸ਼ੁਰੂ ਕਰ ਦਿੱਤੀ। ਸਾਨੂੰ ਇਹਨਾਂ ਦੀ ਸਾਰੀ ਗੱਲਬਾਤ ਸੁਣਾਈ ਦਿੰਦੀ ਰਹੀ। ਭਾਈ ਤੇਜਾ ਸਿੰਘ ਭਸੌੜ ਨੇ ਆਖਿਆ, ਭਾਈ ਮੈਂਗਨ ਜੀ, ਤੁਸੀਂ ਕਿਸੇ ਨਾ ਕਿਸੇ ਤਰ੍ਹਾਂ ਸੰਤਾਂ ਨੂੰ ਪਟਿਆਲੇ ਤੋਂ ਲੈ ਜਾਓ। ਭਾਈ ਤੇਜਾ ਸਿੰਘ ਮੈਂਗਨ ਨੇ ਆਖਿਆ ਕਿ ਮੇਰਾ ਅੱਗੇ ਹੀ ਸੰਤ ਜੀ ਮਹਾਰਾਜ ਨੂੰ ਚੱਕਵਾਲ ਲੈ ਜਾਣ ਦਾ ਇਰਾਦਾ ਹੈ, ਪਰ ਇਹ ਸੋਹਣਾ ਪ੍ਰਚਾਰ ਅਤੇ ਮਹਾਰਾਜਾ ਸਾਹਿਬ ਤੇ ਸਤਸੰਗ ਦਾ ਰੰਗ ਚੜ੍ਹਦਾ ਦੇਖ ਕੇ ਮੇਰਾ ਚਿੱਤ ਅਰਜ਼ ਕਰਨ ਤੋਂ ਝੱਕਦਾ ਹੈ। ਭਾਈ ਤੇਜਾ ਸਿੰਘ ਭਸੌੜੀਏ ਨੇ ਆਖਿਆ ਕਿ ਜ਼ਰੂਰ ਅਰਜ਼ ਕਰੋ ਅਤੇ ਆਪਣੀ ਸਾਰੀ ਵਾਹ ਲਾ ਕੇ ਸੰਤ ਜੀ ਨੂੰ ਲੈ ਜਾਓ। ਭਾਈ ਤੇਜਾ ਸਿੰਘ ਮੈਂਗਨ ਨੇ ਜਵਾਬ ਦਿੱਤਾ, ਅੱਛਾ ਜੀ। ਦੀਵਾਨ ਦੇ ਮਗਰੋਂ ਭੋਗ ਮਗਰੋਂ ਅਸੀਂ ਆਪਣੇ ਆਸਨ 'ਤੇ ਆ ਗਏ ਅਤੇ ਪ੍ਰਸ਼ਾਦ ਛਕ ਸਾਧ ਸੰਗਤ ਦੇ ਦਰਸ਼ਨ ਮੇਲੇ ਲਈ ਬੈਠ ਗਏ। ਭਾਈ ਤੇਜਾ ਸਿੰਘ ਮੈਂਗਨ ਵੀ ਆ ਗਿਆ ਤੇ ਇਸ ਨੇ ਸਾਨੂੰ ਚੱਕਵਾਲ ਖਾਲਸਾ ਹਾਈ ਸਕੂਲ ਦੀ ਨੀਂਹ ਰੱਖਣ ਲਈ ਬੇਨਤੀ ਕੀਤੀ। ਅਸਾਂ ਨਾ ਕਰ ਦਿੱਤੀ ਅਤੇ ਆਖਿਆ, ਭਾਈ ਤੇਜਾ ਸਿੰਘ ਜੀ, ਸਾਡੇ ਇੱਥੇ ਰਹਿਣ ਵਿੱਚ ਬੜਾ ਹੀ ਲਾਭ ਹੋਵੇਗਾ। ਜੇ ਮਹਾਰਾਜਾ ਗੁਰਮਤ ਵਿੱਚ ਪੱਕਾ ਹੋ ਗਿਆ ਤਦ ਸਾਰੇ ਪੰਥਕ ਕਾਰਜਾਂ ਅਤੇ ਆਸ਼ਰਮਾਂ ਦੀ ਸਹਾਇਤਾ ਕਰੇਗਾ। ਅਜੇ ਇਹ ਬਚਨ ਸਾਡੇ ਮੂੰਹੋਂ ਨਿਕਲੇ ਹੀ ਸਨ ਕਿ ਤੇਜਾ ਸਿੰਘ ਮੈਂਗਨ ਨੇ ਆਪਣੀ ਪੱਗ ਲਾ ਸਾਡੇ ਪੈਰਾਂ 'ਤੇ ਧਰ ਦਿੱਤੀ। ਮਹਾਰਾਜ ਜੀ, ਜਿਉਂ ਜਾਣੋ ਦਾਸ ਦੀ ਲਾਜ ਰੱਖੋ। ਹੁਣ ਸਾਡੀ ਕੋਈ ਵਾਹ ਨਾ ਰਹੀ। ਸ਼ਰਨ ਆਏ ਦੀ ਲਾਜ ਰੱਖਣਾ ਖਾਲਸੇ ਦਾ ਬਿਰਧ ਹੈ। ਅਸੀਂ ਆਖਿਆ, ਅੱਛਾ ਭਾਈ। ਦੂਜੇ ਦਿਨ ਹੀ ਸਾਨੂੰ ਚੱਕਵਾਲ ਵੱਲ ਤੁਰਨਾ ਪਿਆ ਤੇ ਮਹਾਰਾਜ ਸਾਹਿਬ ਦੀ ਬਿਰਤੀ ਕੱਚੀ ਦੀ ਕੱਚੀ ਹੀ ਰਹਿ ਗਈ। ਚੱਕਵਾਲ ਹਾਈ ਸਕੂਲ ਦੀ ਨੀਂਹ ਰੱਖਣ ਦੇ ਮਗਰੋਂ ਕੁਝ ਦਿਨ ਸੰਤ ਜੀ ਮਹਾਰਾਜ ਇੱਥੇ ਹੀ ਰਹੇ ਅਤੇ ਨਾਮ ਬਾਣੀ ਅੰਮ੍ਰਿਤ ਪ੍ਰਚਾਰ ਦਾ ਬਹੁਤ ਹੀ ਪ੍ਰਵਾਹ ਚੱਲਿਆ। ਫਿਰ ਧੰਨ ਪੋਠੋਹਾਰ ਇਲਾਕੇ ਵਿੱਚ ਕੁਝ ਚਿਰ ਦੌਰਾ ਕਰ ਰਾਹ ਵਿੱਚ ਸੰਗਤਾਂ ਨੂੰ ਨਿਹਾਲ ਕਰਦੇ ਸੰਤ ਜੀ ਮਹਾਰਾਜ ਗੁਰਸਾਗਰ ਸਾਹਿਬ ਮਸਤੂਆਣੇ ਆ ਪਹੁੰਚੇ। ਇਹਨਾਂ ਦਿਨਾਂ ਵਿੱਚ ਜਾਰਜ ਪੰਚਮ ਦੇ ਵੱਡੇ ਦਿੱਲੀ ਦਰਬਾਰ ਦੀ ਤਿਆਰੀ ਹੋ ਰਹੀ ਸੀ। ਖਾਲਸਾ ਕਾਲਜ ਅੰਮ੍ਰਿਤਸਰ ਦੀ ਕਮੇਟੀ ਨੇ ਗੁਰਮਤਾ ਕਰਕੇ ਸੰਤ ਜੀ ਮਹਾਰਾਜ ਦੀ ਸੇਵਾ ਵਿੱਚ ਮਸਤੂਆਣੇ ਪੱਤਰਕਾ ਭੇਜੀ ਕਿ ਤੁਸੀਂ ਸਾਡੇ ਨਾਲ ਪ੍ਰਤੀਨਿਧ ਹੋ ਕੇ ਦਿੱਲੀ ਦਰਬਾਰ ਵਿੱਚ ਸ਼ਾਮਲ ਹੋਵੋ ਅਤੇ ਉੱਥੇ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰੋ। ਜਦ ਇਹ ਚਿੱਠੀ ਪੜ੍ਹੀ ਗਈ ਤਦ ਸਾਧ ਸੰਗਤ ਵਿੱਚ ਇਹ ਵਿਚਾਰ ਹੋਈ ਕਿ ਗੁਰੂ ਸਾਗਰ ਸਾਹਿਬ ਮਸਤੂਆਣਾ ਰਿਆਸਤ ਜੀਂਦ ਦੀ ਹੱਦ ਵਿੱਚ ਹੈ। ਦਿੱਲੀ ਦਰਬਾਰ ਇੱਕ ਰਾਜਨੀਤਿਕ ਸਮਾਗਮ ਹੈ। ਸਾਡਾ ਧਰਮ ਹੈ ਕਿ ਦਰਬਾਰ ਜੀਂਦ ਨੂੰ ਇਸ ਪੱਤਰਕਾ ਦੀ ਖਬਰ ਕਰ ਦਈਏ। ਗੁਰਮਤੇ ਅਨੁਸਾਰ ਭਾਈ ਹਰੀ ਸਿੰਘ ਜੀ ਗੜਵਈ ਨੂੰ ਸੰਤ ਜੀ ਮਹਾਰਾਜ ਨੇ ਸਰਦਾਰ ਸ਼ਮਸ਼ੇਰ ਸਿੰਘ ਚੀਫ ਮਿਨਿਸਟਰ ਜੀਂਦ ਪਾਸ ਭੇਜ ਦਿੱਤਾ। ਉਹਨਾਂ ਨੂੰ ਭਾਈ ਹਰੀ ਸਿੰਘ ਜੀ ਨੇ ਖਾਲਸਾ ਕਾਲਜ ਅੰਮ੍ਰਿਤਸਰ ਕਮੇਟੀ ਦੀ ਚਿੱਠੀ ਪੜ੍ਹ ਕੇ ਸੁਣਾਈ। ਸਰਦਾਰ ਸ਼ਮਸ਼ੇਰ ਸਿੰਘ ਜੀ ਨੇ ਚਿੱਠੀ ਸੁਣਦੇ ਸਾਰ ਹੀ ਭਾਈ ਹਰੀ ਸਿੰਘ ਜੀ ਨੂੰ ਆਖਿਆ ਕਿ ਇਸ ਕਾਰਜ ਸੰਬੰਧੀ ਰਿਆਸਤ ਜੀਂਦ ਦਾ ਹੱਕ ਸੰਤ ਜੀ ਮਹਾਰਾਜ 'ਤੇ ਸਭ ਤੋਂ ਪਹਿਲਾਂ ਹੈ। ਅਸੀਂ ਉਹਨਾਂ ਨੂੰ ਆਪਣੇ ਨਾਲ ਲੈ ਕੇ ਜਾਵਾਂਗੇ ਅਤੇ ਸਾਰੀ ਸੇਵਾ ਦਾ ਪ੍ਰਬੰਧ ਅਸੀਂ ਕਰਾਂਗੇ। ਵਜ਼ੀਰ ਸਾਹਿਬ ਨਾਲ ਇਹ ਵਿਚਾਰ ਕਰਕੇ ਭਾਈ ਹਰੀ ਸਿੰਘ ਜੀ ਸੰਤ ਜੀ ਮਹਾਰਾਜ ਪਾਸ ਗੁਰਸਾਗਰ ਸਾਹਿਬ ਮਸਤੂਆਣੇ ਮੁੜ ਆਏ ਅਤੇ ਸਾਰੀ ਗੱਲਬਾਤ ਆ ਸੁਣਾਈ। ਸੰਤ ਜੀ ਮਹਾਰਾਜ ਨੇ ਰਿਆਸਤ ਵੱਲੋਂ ਜਾਣ ਦੀ ਮਨਜ਼ੂਰੀ ਦੇ ਦਿੱਤੀ ਅਤੇ ਖਾਲਸਾ ਕਾਲਜ ਪ੍ਰਬੰਧਕ ਕਮੇਟੀ ਨੂੰ ਉੱਤਰ ਭੇਜ ਦਿੱਤਾ ਕਿ ਰਿਆਸਤ ਜੀਂਦ ਸਾਨੂੰ ਆਪਣੀ ਤਰਫੋਂ ਦਿੱਲੀ ਦਰਬਾਰ ਨੂੰ ਲੈ ਜਾ ਰਹੀ ਹੈ। ਥੋੜ੍ਹੇ ਦਿਨਾਂ ਮਗਰੋਂ ਰਿਆਸਤ ਜੀਂਦ ਦੀ ਸਪੈਸ਼ਲ ਗੱਡੀ ਦਿੱਲੀ ਦਰਬਾਰ ਲਈ ਤੁਰੀ। ਇਸ ਵਿੱਚ ਸੰਤ ਜੀ ਮਹਾਰਾਜ ਅਤੇ ਉਹਨਾਂ ਦੇ ਜਥੇ ਲਈ ਇੱਕ ਸੈਕਿੰਡ ਕਲਾਸ ਬੋਗੀ ਰਿਜ਼ਰਵ ਕਰਾ ਦਿੱਤੀ ਗਈ। ਦਿੱਲੀ ਪੁੱਜਣ 'ਤੇ ਜੀਂਦ ਹਾਊਸ ਵਿੱਚ ਡੇਰਾ ਕਰਾਇਆ ਗਿਆ
ਅਤੇ ਇੱਕ ਫਿਟਨ ਤੇ ਲੰਗਰ ਦੇ ਸੇਵਕ ਸੇਵਾ ਵਿੱਚ ਹਾਜ਼ਰ ਹੋ ਗਏ। ਹੁਣ ਦਰਬਾਰ ਦਾ ਦਿਨ ਨੇੜੇ ਆ ਗਿਆ। ਮੁਗਲੀਆ ਖਾਨਦਾਨ ਤੇ ਉਸ ਤੋਂ ਪਹਿਲਾਂ ਰਾਜਪੂਤ ਅਤੇ ਹੋਰ ਹਿੰਦੂ ਮਹਾਰਾਜਿਆਂ ਦੇ ਵਕਤ ਦਾ ਦਸਤੂਰ ਸੀ ਕਿ ਦਰਬਾਰ ਦਾ ਜਲੂਸ ਹਾਥੀਆਂ 'ਤੇ ਨਿਕਲੇ। ਲਾਰਡ ਹਾਰਡਿੰਗ 'ਤੇ ਬੰਬ ਚੱਲ ਜਾਣ ਦੇ ਕਾਰਨ ਇਹ ਫੈਸਲਾ ਹੋ ਚੁੱਕਾ ਸੀ ਕਿ ਜਾਰਜ ਪੰਚਮ ਦੀ ਸਵਾਰੀ ਘੋੜੇ 'ਤੇ ਹੀ ਨਿਕਲੇਗੀ। ਖਾਲਸਾ ਜੀ ਨੇ ਇਹ ਗੁਰਮਤਾ ਕੀਤਾ ਕਿ ਸਮੇਂ ਦੀ ਸ਼ੋਭਾ ਅਤੇ ਗੁਰੂ ਘਰ ਦੀ ਸ਼ਾਨ ਨੂੰ ਵਧਾਉਣ ਲਈ ਇੱਕ ਅਦੁੱਤੀ ਤੇ ਬੜਾ ਸ਼ਾਨਦਾਰ ਜਲੂਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬੇ ਦਰਬਾਰ ਦੇ ਨਿਯਤ ਦਿਨ ਤੋਂ ਇੱਕ ਦਿਨ ਪਹਿਲਾਂ ਕੱਢਿਆ ਜਾਵੇ। ਸਿੱਖਾਂ ਦਾ ਮੁਖੀ ਮਹਾਰਾਜਾ ਜਾਣ ਕੇ ਇਸ ਜਲੂਸ ਦਾ ਪ੍ਰਬੰਧ ਮਹਾਰਾਜਾ ਭੁਪਿੰਦਰ ਸਿੰਘ ਜੀ ਪਟਿਆਲਾ ਨੂੰ ਬਖਸ਼ਿਆ ਗਿਆ। ਸੰਤ ਜੀ ਮਹਾਰਾਜ ਅੱਗੇ ਸਾਰੀ ਸਾਧ ਸੰਗਤ ਵੱਲੋਂ ਬੇਨਤੀ ਕੀਤੀ ਗਈ ਕਿ ਉਹ ਜਲੂਸ ਵਿੱਚ ਦਰਸ਼ਨ ਦੇ ਕੇ ਇਸ ਦੀ ਸ਼ੋਭਾ ਨੂੰ ਵਧਾਉਣ ਅਤੇ ਸੰਗਤਾਂ ਨੂੰ ਨਿਹਾਲ ਕਰਨ। ਜਲੂਸ ਵਾਲੇ ਦਿਹਾੜੇ ਐਨ ਵੇਲੇ ਸਿਰ ਸੰਤ ਜੀ ਮਹਾਰਾਜ ਫੀਟਨ 'ਤੇ ਸਵਾਰ ਹੋ ਕੇ ਪਟਿਆਲੇ ਹਾਊਸ ਦਿੱਲੀ ਵਿੱਚ ਪੁੱਜ ਗਏ। ਇੱਥੇ ਅੱਗੇ ਹੀ ਜਲੂਸ ਦੀ ਸਾਰੀ ਤਿਆਰੀ ਹੋ ਰਹੀ ਸੀ। ਜਦ ਪਟਿਆਲੇ ਦੇ ਮੁਖੀ ਅਹਿਲਕਾਰਾਂ ਨੂੰ ਸੰਤ ਜੀ ਮਹਾਰਾਜ ਦੇ ਪੁੱਜਣ ਦੀ ਖਬਰ ਹੋਈ ਤਾਂ ਸਾਰੇ ਦੇ ਸਾਰੇ ਦਰਸ਼ਨ ਕਰਨ ਲਈ ਆ ਗਏ ਅਤੇ ਬੜੇ ਪ੍ਰੇਮ ਸ਼ਰਧਾ ਨਾਲ ਚਰਨ ਪਰਸੇ। ਸਾਰਿਆਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਸੀਂ ਫਿਟਨ ਇੱਥੇ ਹੀ ਛੱਡ ਦਿਓ ਤੇ ਹਾਥੀ 'ਤੇ ਸੁਸ਼ੋਭਿਤ ਹੋ ਕੇ ਜਲੂਸ ਦੀ ਸ਼ਾਨ ਨੂੰ ਵਧਾਓ। ਹੁਣ ਜਲੂਸ ਤਿਆਰ ਹੋ ਗਿਆ। ਵਾਇਸਰਾਏ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬੇ ਬਹਿਣ ਲਈ ਆਨਰੇਬਲ ਸਰ ਬਾਬਾ ਗੁਰਬਖਸ਼ ਸਿੰਘ ਜੀ ਬੇਦੀ ਨੂੰ ਨਿਯਤ ਕੀਤਾ ਹੋਇਆ ਸੀ, ਪਰ ਮਹਾਰਾਜਾ ਪਟਿਆਲਾ ਨੇ ਆਖਿਆ ਕਿ ਜਲੂਸ ਦਾ ਪ੍ਰਬੰਧ ਮੇਰਾ ਹੈ, ਮੈਂ ਆਪਣੀ ਰਾਏ ਅਨੁਸਾਰ ਜਿਸ ਨੂੰ ਚਾਹਾਂਗਾ ਤਾਬਿਆ ਬਿਠਾਵਾਂਗਾ। ਸੋ ਇਸ ਸੇਵਾ ਲਈ ਮਹਾਰਾਜਾ ਸਾਹਿਬ ਨੇ ਭਾਈ ਅਰਜਨ ਸਿੰਘ ਬਾਗੜੀਆਂ ਨੂੰ ਅਰਜ਼ ਕੀਤੀ। ਭਾਈ ਸਾਹਿਬ ਨੇ ਜਲੂਸ ਦਾ ਅਰਦਾਸਾ ਸੋਧਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਸੁਨਹਿਰੀ ਪਾਲਕੀ ਵਿੱਚ ਹਾਥੀ 'ਤੇ ਸਜਾਏ ਅਤੇ ਭਾਈ ਅਰਜਨ ਸਿੰਘ ਜੀ ਤਾਬੇ ਹਾਜ਼ਰ ਹੋ ਗਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਦੇ ਪਿੱਛੇ ਸੰਤ ਜੀ ਮਹਾਰਾਜ ਦਾ ਹਾਥੀ, ਫਿਰ ਨੰਬਰਵਾਰ ਹੋਰ ਗੁਰਮੁਖਾਂ ਰਾਜਿਆਂ, ਮਹਾਰਾਜਿਆਂ, ਸਰਦਾਰਾਂ ਅਤੇ ਕੀਰਤਨੀ ਜਥਿਆਂ ਦੇ ਹਾਥੀ ਨਿਯਤ ਕੀਤੇ ਗਏ। ਜਲੂਸ ਪਟਿਆਲਾ ਹਾਊਸ ਤੋਂ ਚੱਲ ਕੇ ਸੀਸਗੰਜ ਸਾਹਿਬ ਪਹੁੰਚਿਆ। ਇੱਥੇ ਸਾਰੇ ਹਾਥੀਆਂ ਤੋਂ ਉੱਤਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਧੂੜ ਲੈਣ ਲਈ ਹਾਜ਼ਰ ਹੋਏ। ਕੁਝ ਚਿਰ ਬੜੇ ਅਦਬ ਸਤਿਕਾਰ ਅਤੇ ਵੈਰਾਗ ਵਿੱਚ ਸੰਗਤ ਬੈਠੀ ਰਹੀ। ਰਾਗੀ ਸਿੰਘਾਂ ਨੇ ਅਮੋਲਕ ਕੀਰਤਨ ਦੁਆਰਾ ਸਾਧ ਸੰਗਤ ਨੂੰ ਨਿਹਾਲ ਕੀਤਾ। ਫਿਰ ਅਰਦਾਸਾ ਸੋਧਿਆ ਗਿਆ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਹੁਕਮ ਸਜਾਉਣ ਦੇ ਮਗਰੋਂ ਕੜਾਹ ਪ੍ਰਸ਼ਾਦ ਵਰਤਾਇਆ ਗਿਆ। ਹੁਣ ਜਲੂਸ ਦੇ ਕਿਲੇ ਵੱਲ ਤੁਰਨ ਦਾ ਸਮਾਂ ਆ ਗਿਆ ਸੀ। ਸਾਰੇ ਆਪਣੇ ਆਪਣੇ ਹਾਥੀਆਂ 'ਤੇ ਸਵਾਰ ਹੋ ਗਏ, ਪਰ ਭਾਈ ਅਰਜਨ ਸਿੰਘ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬੇ ਸਜੇ ਹੋਏ ਸਨ, ਕਿਸੇ ਖਾਸ ਕਾਰਨ ਕਰਕੇ ਚਲੇ ਗਏ। ਜਲੂਸ ਦੇ ਪ੍ਰਬੰਧਕਾਂ ਨੇ ਸੰਤ ਜੀ ਮਹਾਰਾਜ ਅੱਗੇ ਤਾਬੇ ਬਹਿਣ ਲਈ ਬੇਨਤੀ ਕੀਤੀ। ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ ਅਸੀਂ ਤਾਂ ਸਦਾ ਹੀ ਤਾਬੇ ਹਾਂ, ਤੁਸੀਂ ਗੁਰੂ ਖਾਲਸੇ ਵਿੱਚੋਂ ਕਿਸੇ ਹੋਰ ਗੁਰਮੁਖ ਨੂੰ ਇਹ ਸੇਵਾ ਬਖਸ਼ ਦਿਓ। ਉਸ ਵੇਲੇ ਇੱਕ ਗੁਰਮੁਖ ਨਿਹੰਗ ਸਿੰਘ ਜੀ ਦੀ ਸੇਵਾ ਵਿੱਚ ਬੇਨਤੀ ਕੀਤੀ ਗਈ ਅਤੇ ਉਹ ਦੀਨ ਦੁਨੀਆ ਦੇ ਵਾਲੀ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬੇ ਸੱਜ ਗਏ। ਸਾਰਾ ਜਲੂਸ ਤਿਆਰ ਹੋ ਗਿਆ ਅਤੇ ਹੌਲੀ ਹੌਲੀ ਬੜੀ ਸ਼ਾਨ ਸ਼ੌਕਤ ਨਾਲ ਲਾਲ ਕਿਲੇ ਵੱਲ ਤੁਰ ਪਿਆ। ਇਸ ਵੇਲੇ ਚਾਂਦਨੀ ਚੌਂਕ ਵਿੱਚ ਅਦਭੁਤ ਨਜ਼ਾਰਾ ਸੀ। ਇੱਧਰ ਹਾਥੀਆਂ 'ਤੇ ਸ਼ੋਭਨੀਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਾਨਦਾਰ ਸੁਨਹਿਰੀ ਪਾਲਕੀ, ਰਾਗੀਆਂ ਦਾ ਮਨ ਮੋਹਣਾ ਕੀਰਤਨ, ਸੰਤ ਜੀ ਮਹਾਰਾਜ ਦੇ ਨੂਰਾਨੀ ਦੀਦਾਰ, ਸਿੱਖ ਰਾਜਿਆਂ ਮਹਾਰਾਜਿਆਂ ਦੇ ਸਜੀਲੇ ਪੋਸ਼ਾਕੇ, ਮੋਤੀਆਂ ਦੇ ਹਾਰ, ਚਮਕਦੀਆਂ ਕਲਗੀਆਂ, ਸਰਦਾਰਾਂ ਦੇ ਸੁੰਦਰ ਅਤੇ ਰੋਹ ਭਰੇ ਚਿਹਰੇ, ਫੌਜੀਆਂ ਦੇ ਵੀਰ ਰਸ ਭਰਪੂਰ ਨੇਤਰ। ਉੱਧਰ ਦਿੱਲੀ ਅਤੇ ਹੋਰ ਸਾਰੇ ਹਿੰਦੁਸਤਾਨ ਦੇ ਮਾਈ ਭਾਈ ਆਪਣੇ ਆਪਣੇ ਸੋਹਣੇ ਤੋਂ ਸੋਹਣੇ ਬਸਤਰ ਸਜਾਏ ਕੋਠੇ, ਮਾੜੀਆਂ ਅਤੇ ਮਮਟੀਆਂ 'ਤੇ ਬੈਠੇ ਸਨ। ਗਲੀ ਕੂਚੇ ਅਤੇ ਬਾਜ਼ਾਰ ਤਮਾਸ਼ਬੀਨਾਂ ਨਾਲ ਖਚਾ ਖਚ ਭਰੇ ਹੋਏ ਸਨ। ਤਿਲ ਸੁੱਟਣ ਦੀ ਵੀ ਥਾਂ ਨਹੀਂ ਸੀ। ਇਸ ਭੀੜ ਭਾੜ ਵਿੱਚੋਂ ਟੁਰਦਾ ਹੋਇਆ ਜਲੂਸ ਲਾਲ ਕਿਲੇ ਦੇ ਮੈਦਾਨ ਵਿੱਚ ਪੁੱਜਾ ਅਤੇ ਦੀਵਾਨ ਖਾਸ ਵੱਲ ਤੁਰ ਪਿਆ।
ਇੱਥੇ ਜਾਰਜ ਪੰਚਮ ਵਾਇਸਰਾਏ ਅਤੇ ਹਿੰਦੁਸਤਾਨ ਦੇ ਸਾਰੇ ਵੱਡੇ ਵੱਡੇ ਰਾਜੇ, ਮਹਾਰਾਜੇ, ਨਵਾਬ, ਰਹੀਸ, ਦਰਬਾਰੀ ਬੈਠੇ ਹੋਏ ਸਨ। ਜਦ ਜਲੂਸ ਐਨ ਦੀਵਾਨ ਖਾਸ ਦੇ ਨੇੜੇ ਪੁੱਜਾ ਤਦ ਭਾਈ ਤੇਜਾ ਸਿੰਘ ਜੀ, ਧਾਰਮਿਕ ਮਾਸਟਰ, ਖਾਲਸਾ ਹਾਈ ਸਕੂਲ ਲਾਇਲਪੁਰ ਅਤੇ ਹੋਰ ਸਿੱਖ ਸੱਜਣਾਂ ਨੇ ਭਾਈ ਹਰੀ ਸਿੰਘ ਗੜਵਈ ਦੀ ਸੇਵਾ ਵਿੱਚ ਬੇਨਤੀ ਕੀਤੀ ਕਿ ਸੰਤ ਜੀ ਮਹਾਰਾਜ ਅੱਗੇ ਸ਼ਬਦ ਪੜ੍ਹਨ ਲਈ ਅਰਜ਼ ਕਰੋ। ਜਦ ਦਾ ਜਲੂਸ ਸੀਸਗੰਜ ਸਾਹਿਬ ਤੋਂ ਤੁਰਿਆ ਸੀ, ਸੰਤ ਜੀ ਮਹਾਰਾਜ ਨੇਤਰ ਮੂੰਦ ਅੰਤਰ ਧਿਆਨ ਹੋ ਆਪਣੇ ਇਲਾਹੀ ਰੰਗ ਵਿੱਚ ਮਸਤ ਬੈਠੇ ਸਨ। ਜਦ ਭਾਈ ਹਰੀ ਸਿੰਘ ਨੇ ਸਾਧ ਸੰਗਤ ਵੱਲੋਂ ਸ਼ਬਦ ਪੜ੍ਹਨ ਲਈ ਬੇਨਤੀ ਕੀਤੀ ਤਦ ਛਿਨ ਮਾਤਰ ਨੇਤਰ ਖੁੱਲ੍ਹੇ ਅਤੇ ਆਤਮ ਰਸ ਭਰੇ ਹਿਰਦੇ ਵਿੱਚੋਂ ਸ਼ਬਦ ਦੀ ਮਹਾਂ ਆਕਾਸ਼ ਧੁਨੀ ਉੱਠੀ, ਪੈਜ ਰੱਖੀ ਕਰਤਾਰੇ ਜਨ ਕੀ ਪੈਜ ਰੱਖੀ ਕਰ। ਗੌੜੀ ਮਹੱਲਾ ਪੰਜਵਾਂ। ਥਿਰ ਕਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਨੇਤਰ ਬੰਦ ਫਿਰ ਬੰਦ ਹੋ ਗਏ ਅਤੇ ਸ਼ਬਦ ਦੇ ਰੰਗ ਵਿੱਚ ਮਸਤ ਸਰੀਰ ਦੇ ਰੋਮ ਰੋਮ, ਨਾੜੀ ਨਾੜੀ ਦਾ ਜ਼ੋਰ ਲਾ ਸਾਰਾ ਸ਼ਬਦ ਉੱਪਰ ਲਿਖੀ ਧਾਰਨਾ ਵਿੱਚ ਸੰਤ ਜੀ ਮਹਾਰਾਜ ਨੇ ਪੜ੍ਹਿਆ ਅਤੇ ਪਿੱਛੇ ਪਿੱਛੇ ਸਾਰੀਆਂ ਸੰਗਤਾਂ ਨੂੰ ਪੜ੍ਹਾਇਆ। ਇਸ ਦੇ ਨਾਲ ਹੀ ਸੰਤ ਜੀ ਮਹਾਰਾਜ ਨੇ ਇਸ ਸ਼ਬਦ ਦੀ ਧੁਨ ਉਠਾਈ, ਬਿਲਾਵਲ ਕਉ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਇੱਧਰ ਆਪਣੇ ਰੰਗ ਵਿੱਚ ਰੰਗੇ ਹੋਏ ਸਾਰੇ ਜ਼ੋਰ ਨਾਲ ਸੰਤ ਜੀ ਮਹਾਰਾਜ ਸ਼ਬਦ ਪੜ੍ਹਦੇ ਸਨ, ਉੱਧਰ ਹਜ਼ਾਰਾਂ ਗੁਰੂ ਦੇ ਲਾਲ ਉਹਨਾਂ ਦੇ ਮਗਰ ਉੱਚੀ ਸੁਰ ਵਿੱਚ ਗੁਰਬਾਣੀ ਗਾ ਰਹੇ ਸਨ। ਮਹਾਂ ਆਕਾਸ਼ ਗੂੰਜ ਉੱਠਿਆ ਅਤੇ ਵਾਯੂ ਮੰਡਲ ਸ਼ਬਦ ਦੇ ਤੇਜਸਵੀ ਪ੍ਰਭਾਵ ਨਾਲ ਭਰ ਗਿਆ। ਫਿਰ ਸ਼ਬਦਾਂ ਦੇ ਭੋਗ ਪੈਂਦਿਆਂ ਹੀ ਸੰਤ ਜੀ ਮਹਾਰਾਜ ਨੇ ਕਲਗੀ ਵਾਲੇ ਦੇ ਦਰਬਾਰ ਖੁਸ਼ੀਆਂ ਨਿਤ ਨਵੀਆਂ ਦੀ ਧੁਨੀ ਉਠਾਈ ਅਤੇ ਸਾਰਾ ਸ਼ਬਦ ਆਸਾ ਮਹੱਲਾ ਚੌਥਾ। ਗੁਰਸਿੱਖਾ ਮਨ ਵਧਾਈਆਂ ਜਿਨ ਮੇਰਾ ਸਤਿਗੁਰੂ ਡਿੱਠਾ ਰਾਮ ਰਾਜੇ। ਇਹ ਸ਼ਬਦ ਪੂਰਾ ਪੜ੍ਹਿਆ। ਉਪਰੋਕਤ ਧਾਰਨਾ ਵਿੱਚ ਆਪ ਪੜ੍ਹਿਆ ਤੇ ਸੰਗਤਾਂ ਨੂੰ ਵੀ ਪੜ੍ਹਾਇਆ। ਅਸਚਰਜ ਇਲਾਹੀ ਰੰਗ ਬਣਿਆ। ਇਸ ਵੇਲੇ ਜਲੂਸ ਐਨ ਦੀਵਾਨ ਖਾਸ ਦੇ ਹੇਠੋਂ ਲੰਘ ਰਿਹਾ ਸੀ। ਜਾਰਜ ਪੰਚਮ, ਹਿੰਦੁਸਤਾਨ ਦੇ ਸਾਰੇ ਰਾਜੇ ਮਹਾਰਾਜੇ, ਰਾਜ ਪ੍ਰਬੰਧ ਦੇ ਸਾਰੇ ਕਰਮਚਾਰੀ, ਰਈਸ, ਸਰਦਾਰ, ਦਰਬਾਰੀ ਇਹ ਦਰਸ਼ਨ ਤੇ ਸ਼ਬਦ ਦੀ ਧੁਨ ਸੁਣ ਕੇ ਅਸਚਰਜ ਹੋ ਰਹੇ ਸਨ। ਜਾਰਜ ਪੰਚਮ ਨੇ ਸੰਤ ਜੀ ਮਹਾਰਾਜ ਵੱਲ ਇਸ਼ਾਰਾ ਕਰਕੇ ਪੁੱਛਿਆ ਕਿ ਇਹ ਕੌਣ ਹਨ। ਕਿਸੇ ਨੇ ਵਿੱਚੋਂ ਹੀ ਦੱਸਿਆ ਕਿ ਇਹ ਖਾਲਸਾ ਜੀ ਦੇ ਸ਼੍ਰੋਮਣੀ ਸੰਤ ਅਤਰ ਸਿੰਘ ਜੀ ਮਹਾਰਾਜ ਹਨ। ਵਾਹ ਕਲਗੀਧਰ ਪਿਤਾ, ਤੂੰ ਧੰਨ ਹੈ, ਤੇਰੀ ਕੁਦਰਤ ਤੂਹੇ ਜਾਣੇ ਔਰ ਨਾ ਦੂਜਾ ਜਾਣੇ। ਭਾਵੇਂ ਅਸੀਂ ਕਿੰਨੇ ਹੀ ਢਿੱਲੇ ਅਤੇ ਅਕ੍ਰਿਤ ਕੰਨ ਹੋ ਗਏ ਹਾਂ, ਤੂੰ ਆਪਣੇ ਬੱਚਿਆਂ ਦੀ ਲਾਜ ਸਦਾ ਹੀ ਰੱਖਦਾ ਆਇਆ ਹੈ ਤੇ ਸਦਾ ਹੀ ਰੱਖਦਾ ਰਹੇਗਾ। ਬਿਰਧ ਪਾਲਕ ਸਤਿਗੁਰ, ਆਪਣੇ ਜਲੂਸ ਵਿੱਚ ਤੂੰ ਆਪਣੇ ਪਿਆਰੇ ਨੂੰ ਭੇਜ ਕੇ ਖਾਲਸੇ ਦੀ ਉਹ ਆਨ ਸ਼ਾਨ ਵਧਾਈ ਕਿ ਖਾਲਸੇ ਜੀ ਦੇ ਜਲੂਸ ਦੀ ਮਹਿਮਾ ਦਰਬਾਰ ਦੀ ਸਾਰੀ ਸ਼ਾਨ ਤੋਂ ਵੱਧ ਗਈ। ਤੇਰਾ ਜਲੂਸ ਕੋਹੇ ਨੂਰ ਵਾਂਗੂ ਚਮਕਦਾ ਹੀਰਾ ਬਣ ਗਿਆ ਅਤੇ ਇਸ ਦੇ ਨੂਰਾਨੀ ਪ੍ਰਕਾਸ਼ ਅੱਗੇ ਸਾਰੀ ਸੰਸਾਰੀ ਚਮਕ ਦਮਕ ਮਾਤ ਪੈ ਗਈ। ਦੂਜੇ ਦਿਨ ਦਰਬਾਰ ਸੀ। ਰਿਆਸਤ ਜੀਂਦ ਵੱਲੋਂ ਇੱਕ ਮੁਸਲਮਾਨ ਸੂਬੇਦਾਰ ਮੇਜਰ ਦੀ ਸੇਵਾ ਲੱਗੀ ਸੀ ਕਿ ਉਹ ਸੰਤ ਜੀ ਮਹਾਰਾਜ ਦੀ ਅਰਦਲ ਵਿੱਚ ਜਾ ਕੇ ਮਹਾਰਾਜ ਜੀ ਨੂੰ ਦਰਬਾਰ ਅਸਥਾਨ ਵਿੱਚ ਬਿਠਾ ਦੇਵੇ। ਜੀਂਦ ਹਾਊਸ ਤੋਂ ਸੰਤ ਜੀ ਮਹਾਰਾਜ ਫੀਟਨ ਤੇ ਸਵਾਰ ਭਾਈ ਹਰੀ ਸਿੰਘ ਗੜਵਈ ਨੂੰ ਨਾਲ ਲੈ ਦਰਬਾਰ ਵੱਲ ਤੁਰ ਪਏ। ਜਦ ਉੱਥੇ ਪੁੱਜੇ ਤਦ ਸੂਬੇਦਾਰ ਨੇ ਦੇਖਿਆ ਕਿ ਸੰਤ ਜੀ ਮਹਾਰਾਜ ਦਾ ਨੰਬਰ ਕੁਰਸੀਆਂ ਦੀ ਦੂਜੀ ਲਾਈਨ ਵਿੱਚ ਹੈ। ਸੂਬੇਦਾਰ ਫਕੀਰ ਦੋਸਤ ਸੀ ਅਤੇ ਮਹਾਂਪੁਰਖਾਂ ਦੇ ਅਦਬ ਅਦਾਬ ਤੋਂ ਜਾਣੂ ਸੀ। ਉਸ ਨੇ ਆਪਣੇ ਇਸ ਪ੍ਰੇਮ ਵਿੱਚ ਕੁਰਸੀਆਂ ਦੀ ਪਹਿਲੀ ਕਤਾਰ ਵਿੱਚ 2 ਨੰਬਰ ਇਹੋ ਜਿਹੇ ਲੱਭੇ ਜਿਹੜੇ ਕਿ ਕੋਲ ਸਨ ਅਤੇ 2 ਸਿੱਖ ਫੌਜੀ ਸਰਦਾਰਾਂ ਦੇ ਸਨ। ਇਹ ਸੋਚ ਕੇ ਕਿ ਫੌਜੀ ਭਰਾਵਾਂ ਨੂੰ ਅਰਜ਼ ਕਰਕੇ ਸੰਤ ਜੀ ਮਹਾਰਾਜ ਦੇ ਨੰਬਰਾਂ 'ਤੇ ਬਿਠਾ ਦੇਵਾਂਗਾ, ਉਸਨੇ ਸੰਤ ਜੀ ਮਹਾਰਾਜ ਨੂੰ ਪਹਿਲੀ ਲਾਈਨ ਵਿੱਚ ਆਪਣੇ ਸੇਵਕ ਸਮੇਤ ਇਹਨਾਂ 2 ਕੁਰਸੀਆਂ 'ਤੇ ਸਜਾ ਦਿੱਤਾ। ਥੋੜ੍ਹੇ ਚਿਰ ਮਗਰੋਂ ਇਹ ਫੌਜੀ ਸਿੱਖ ਆ ਪੁੱਜੇ। ਕਰਤਾਰ ਦੀ ਨੇਤ, ਗਵਰਨਮੈਂਟ ਦੀ ਨੌਕਰੀ ਦੇ ਹੰਕਾਰ ਨੇ ਉਹਨਾਂ ਦੇ ਸਿੱਖੀ ਪ੍ਰੇਮ ਅਤੇ ਇਨਸਾਨੀਅਤ 'ਤੇ ਘੋਰ ਪਰਦਾ ਪਾਇਆ ਹੋਇਆ ਸੀ। ਜਦ ਇਹ ਆਪਣੀਆਂ ਕੁਰਸੀਆਂ ਪਾਸ ਅੱਪੜੇ
ਤਦ ਜੀਂਦ ਦੇ ਮੁਸਲਮਾਨ ਸੂਬੇਦਾਰ ਮੇਜਰ ਨੇ ਬੜੇ ਅਦਬ, ਨਿਮਰਤਾ ਅਤੇ ਪ੍ਰੇਮ ਨਾਲ ਇਹਨਾਂ ਨੂੰ ਸਾਰੀ ਗੱਲ ਆਖ ਸੁਣਾਈ। ਇੱਕ ਪਾਸੇ ਸੰਤ ਜੀ ਮਹਾਰਾਜ ਦੇ ਅਦੁੱਤੀ ਦਰਸ਼ਨ ਅਤੇ ਦੂਜੇ ਪਾਸੇ ਸੂਬੇਦਾਰ ਮੇਜਰ ਦੀ ਅਤ ਗਰੀਬੀ ਭਰੀ ਬੇਨਤੀ ਸੀ। ਪਰ ਸੰਤ ਜੀ ਪਰ ਹੰਕਾਰ ਦੇ ਮਤੇ ਹੋਏ ਹਿਰਦੇ ਕੀ ਜਾਣਦੇ ਸਨ। ਇਹਨਾਂ ਨੇ ਸੂਬੇਦਾਰ ਸਾਹਿਬ ਨੂੰ ਬੜੀ ਵੱਧ ਘੱਟ ਸੁਣਾਈ, ਇੱਥੋਂ ਤੱਕ ਆਖ ਦਿੱਤਾ ਕਿ ਰਿਆਸਤ ਦੇ ਸੂਬੇਦਾਰ ਮੇਜਰ ਨਾਲੋਂ ਸਾਡੇ ਰਸਾਲੇ ਦਾ ਮਿਹਤਰ ਚੰਗਾ ਹੁੰਦਾ ਹੈ। ਸੰਤ ਜੀ ਮਹਾਰਾਜ ਦੀ ਖਾਤਰ ਇਹ ਮੁਸਲਮਾਨ ਪ੍ਰੇਮੀ ਸਾਰੀ ਲਾਹ ਪਾ ਸਹੀ ਗਿਆ ਅਤੇ ਬੇਨਤੀ ਕਰੀ ਗਿਆ। ਪਰ ਕਠੋਰ ਹੰਕਾਰੀ ਹਿਰਦਿਆਂ 'ਤੇ ਕੋਈ ਅਸਰ ਨਾ ਹੋਇਆ, ਸਗੋਂ ਹੱਥੀਂ ਪਾਈ ਹੋ ਕੇ ਹੇਠਾਂ ਸੁੱਟ ਦਿੱਤਾ। ਭਾਵੇਂ ਨੇਤਰ ਬੰਦ ਸਨ, ਪਰ ਸੰਤ ਜੀ ਮਹਾਰਾਜ ਇਹ ਸਾਰੀ ਗੱਲ ਸੁਣਦੇ ਅਤੇ ਸਾਖੀ ਹੋ ਕੇ ਦੇਖਦੇ ਰਹੇ। ਇੱਕ ਗਰੀਬ ਸੇਵਾਦਾਰ ਦੀ ਹੰਕਾਰੀਆਂ ਪਾਸੋਂ ਬੇਇੱਜ਼ਤੀ ਦਾ ਨਾ ਸਹਾਰ ਸਕੇ। ਚਿੱਤ ਵਿੱਚ ਲਹਿਰ ਆਈ ਕਿ ਅਸਾਂ ਦਰਬਾਰ ਤੋਂ ਕੀ ਲੈਣਾ ਹੈ, ਚਲੋ ਡੇਰੇ ਚੱਲੀਏ। ਅਜੇ ਟੁਰਨ ਲਈ ਤਿਆਰ ਹੀ ਹੋਏ ਸਨ ਕਿ ਕਿਸੇ ਅੰਨ ਦੇਸ਼ ਦੇ ਦੋ ਪ੍ਰੇਮੀ ਮਰਦ ਅਤੇ ਔਰਤ ਮਹਾਂਪੁਰਖਾਂ ਦੇ ਦਰਸ਼ਨ ਦੇ ਖਿੱਚੇ ਹੋਏ ਸੰਤ ਜੀ ਮਹਾਰਾਜ ਪਾਸ ਆਏ ਅਤੇ ਬੇਨਤੀ ਕਰਕੇ ਇਹਨਾਂ ਨੂੰ ਆਪਣੀਆਂ ਕੁਰਸੀਆਂ 'ਤੇ, ਜਿਹੜੀਆਂ ਕਿ ਪਹਿਲੀ ਲਾਈਨ ਦੇ ਸਭ ਤੋਂ ਉੱਪਰਲੇ ਦਰਜੇ ਵੱਲ ਸਨ, ਨਾਲ ਜਾ ਕੇ ਬਿਠਾ ਦਿੱਤਾ। ਫਿਰ ਆਪ ਸੰਤ ਜੀ ਮਹਾਰਾਜ ਦੇ ਨੰਬਰਾਂ 'ਤੇ ਬੈਠ ਗਏ। ਇਹਨਾਂ ਪ੍ਰੇਮੀਆਂ ਦੇ ਸ਼ੁੱਧ ਹਿਰਦੇ ਦੇ ਪ੍ਰੇਮ ਦੇ ਬੱਧੇ ਹੋਏ ਸੰਤ ਸਰੀਰ ਕਰਕੇ ਤਾਂ ਦਰਬਾਰ ਅਸਥਾਨ ਵਿੱਚ ਸਜੇ ਰਹੇ, ਪਰ ਚਿੱਤ ਕਿਸੇ ਖਾਸ ਅਰਦਾਸ ਵਿੱਚ ਜੁੜ ਗਿਆ। ਗਰੀਬ ਸੂਬੇਦਾਰ ਮੇਜਰ ਦੀ ਨਿਰਾਦਰੀ ਨੇ ਆਪ ਜੀ ਦੇ ਹਿਰਦੇ 'ਤੇ ਬੜੀ ਡਾਢੀ ਸੱਟ ਮਾਰੀ ਸੀ। ਬੈਂਡ ਵਾਜੇ ਵੱਜੇ, ਤੋਪਾਂ ਦੀਆਂ ਛਲਕਾਂ ਹੋਈਆਂ, ਗੋਡ ਸੇਵ ਦੀ ਕਿੰਗ ਦੀ ਧੁਨੀ ਜ਼ੋਰ ਨਾਲ ਦਰਬਾਰ ਸਥਾਨ ਵਿੱਚ ਉੱਠੀ। ਜਾਰਜ ਪੰਚਮ, ਵਾਇਸਰਾਏ, ਲਾਰਡ ਪਾਦਰੀ, ਰਾਜੇ ਮਹਾਰਾਜੇ, ਸਰਦਾਰ ਦਰਬਾਰੀ ਅਨੇਕਾਂ ਹੀ ਆਏ, ਪਰ ਸੰਤ ਜੀ ਅਡੋਲ ਕੁਰਸੀ 'ਤੇ ਸਥਿਤ ਆਪਣੇ ਵੈਰਾਗਮਈ ਰੰਗ ਵਿੱਚ ਮਸਤ ਦਸ਼ਮੇਸ਼ ਪਿਤਾ ਦੀ ਦਰਗਾਹ ਵਿੱਚ ਅਰਦਾਸ ਕਰੀ ਗਏ। ਦਰਬਾਰ ਦੀ ਕਾਰਵਾਈ ਖਤਮ ਹੋ ਗਈ। ਜਾਰਜ ਪੰਚਮ, ਗਵਰਨਰ ਜਨਰਲ, ਰਾਜੇ ਮਹਾਰਾਜੇ, ਦਰਬਾਰੀ, ਤਮਾਸ਼ਬੀਨ ਸਾਰੇ ਦੇ ਸਾਰੇ ਵਾਰੋ ਵਾਰੀ ਚਲੇ ਗਏ, ਪਰ ਸੰਤ ਜੀ ਇੱਕ ਟੱਕ ਸਮਾਧੀ ਅਸਥਿਤ ਆਪਣੇ ਰੰਗ ਵਿੱਚ ਮਸਤ ਬੈਠੇ ਰਹੇ। ਜਦ ਦਰਬਾਰ ਸਥਾਨ ਖਾਲੀ ਹੋ ਗਿਆ, ਤਦ ਭਾਈ ਹਰੀ ਸਿੰਘ ਜੀ ਨੇ ਸੰਤ ਜੀ ਮਹਾਰਾਜ ਜੀ ਦੀ ਸੇਵਾ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਹੁਣ ਤਾਂ ਸਾਰੀ ਖੇਡ ਦਾ ਭੋਗ ਪੈ ਗਿਆ ਹੈ, ਹਜ਼ੂਰ ਆਪਣੇ ਆਸਣ 'ਤੇ ਚੱਲੋ। ਹੌਲੀ ਹੌਲੀ ਨੇਤਰ ਖੁੱਲ੍ਹੇ ਅਤੇ ਕੋਮਲ ਹਿਰਦੇ ਵਿੱਚੋਂ ਸਹਿਜ ਸੁਭਾਏ ਇੱਕ ਲੰਮਾ ਹੋਕਾ ਨਿਕਲਿਆ। ਸੂਬੇਦਾਰ ਮੇਜਰ ਨੂੰ ਨਾਲ ਲੈ ਸੰਤ ਡੇਰੇ ਵਾਪਸ ਆ ਗਏ। ਦਰਬਾਰ ਸਮੇਂ ਜਾਰਜ ਪੰਚਮ ਦੀ ਨਿਗਾਹ ਸੰਤ ਜੀ ਦੇ ਤੇਜਸਵੀ ਚਿਹਰੇ 'ਤੇ ਪਈ। ਉਸਨੇ ਪੁੱਛਿਆ ਕਿ ਇਹ ਕੌਣ ਹਨ? ਮਹਾਰਾਜਾ ਹੀਰਾ ਸਿੰਘ ਨਾਭਾ ਨੇ, ਜਿਹੜੇ ਇਹਨਾਂ ਦਿਨਾਂ ਵਿੱਚ ਸਿੱਖਾਂ ਦੇ ਮੰਨੇ ਹੋਏ ਮੁਖੀ ਰਾਜੇ ਸਨ, ਉੱਤਰ ਦਿੱਤਾ ਕਿ ਇਹ ਸਿੱਖ ਕੌਮ ਦੇ ਸ਼੍ਰੋਮਣੀ ਸੰਤ ਹਨ। ਅਸੀਂ ਸਾਰੇ ਇਹਨਾਂ ਦੇ ਤਾਬੇ ਹਾਂ ਤੇ ਇਹ ਸਾਡੇ ਸਿਰਤਾਜ ਹਨ। ਇੱਕ ਪਾਦਰੀ ਬਹੁਤ ਚਿਰ ਤੀਕਰ ਸੰਤ ਜੀ ਮਹਾਰਾਜ ਦੇ ਚਿਹਰੇ ਵੱਲ ਤੱਕਦਾ ਰਿਹਾ। ਉਸ ਨੇ ਆਖਿਆ ਕਿ ਇਹੋ ਜਿਹਾ ਚਿਹਰਾ ਮੈਂ ਅੱਜ ਤੱਕ ਕਿਧਰੇ ਨਹੀਂ ਦੇਖਿਆ। ਇਹਨਾਂ ਦਾ ਤੇਜਸਵੀ ਸਰੂਪ ਦੱਸਦਾ ਹੈ ਕਿ ਇਸ ਸਰੀਰ ਵਿੱਚ ਖਾਸ ਰੱਬੀ ਤਾਕਤ ਹੈ। ਜੇ ਇੰਨੀ ਤਾਕਤ ਵਾਲਾ ਸਰੀਰ ਸਾਡੇ ਵਿੱਚ ਹੁੰਦਾ ਤਾਂ ਅਸੀਂ ਸਾਰੀ ਦੁਨੀਆ ਨੂੰ ਈਸਾਈ ਬਣਾ ਲੈਂਦੇ। ਧੰਨਵਾਦ। ਪੜ੍ਹਦਿਆਂ ਹੋਇਆਂ ਕੋਈ ਭੁੱਲ ਚੁੱਕ ਹੋ ਗਈ ਹੋਏ ਤਾਂ ਮਾफ़ ਕਰਿਓ, ਅਤੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਵੀ ਦਬਾ ਲਓ ਤਾਂ ਕਿ ਅਗਲੇ ਆਉਣ ਵਾਲੇ ਭਾਗਾਂ ਦੀ ਅਪਡੇਟ ਤੁਹਾਨੂੰ ਮਿਲਦੀ ਰਹੇ। ਧੰਨਵਾਦ।